ਸਤਨਾਮ ਸ੍ਰੀ ਵਾਹਿਗੁਰੂ ਜੀ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਬੇਭੂਤ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਐਸਦ ਲੋਕੋ ਮੁੰਦਾ ਸੰਤੋਖ। ਤੁਸੀਂ ਕੰਨਾਂ ਦੇ ਵਿੱਚ ਬਲੌਰ ਦੀਆਂ ਮੁੰਦਰਾਂ ਪਾਈਆਂ ਹੋਈਆਂ ਨੇ, ਪਰ ਅਸਾਂ ਮੁੰਦਾ ਸੰਤੋਖ ਦੀਆਂ ਮੁੰਦਰਾਂ ਧਾਰਨ ਕੀਤੀਆਂ ਨੇ। ਅਸਲੀ ਮਨ ਹੀ ਯੋਗੀ ਹੈ। ਇਹਦੇ ਸੰਕਲਪ ਵਿਕਲਪ ਰੂਪੀ ਕੰਨਾਂ ਨੂੰ ਵਿਚਾਰ ਦੀ ਛੁਰੀ ਦੇ ਨਾਲ ਪਾੜ ਕੇ ਅਸੀਂ ਸੰਤੋਖ ਦੀ ਮੁੰਦਰਾ ਧਾਰਨ ਕੀਤੀ ਹੋਈ ਹੈ। ਫਿਰ ਇਹ ਕਹਿਣ ਲੱਗੇ, ਮਹਾਰਾਜ ਅਸੀਂ ਤੇ ਯੋਗੀ ਲੋਕ ਹੱਥ ਵਿੱਚ ਪਾਤਰ ਵੀ ਖੱਪਰ ਵੀ ਪਕੜਦੇ ਹਾਂ। ਹਜ਼ੂਰ ਕਹਿੰਦੇ ਸਰਮ ਪਤ। ਸਰਮ ਜਿਹੜਾ ਲਫ਼ਜ਼ ਹੈ ਇਹ ਫਾਰਸੀ ਦਾ ਲਫ਼ਜ਼ ਹੈ ਸ਼ਰਮ, ਜਿਸ ਦਾ ਅਰਥ ਹੈ ਲੱਜਿਆ, ਅਤੇ ਇਸ ਤੋਂ ਭਾਵ ਲੈਣਾ ਹੈ ਵੈਰਾਗ। ਜਿਹੜੀ ਵਿਸ਼ਿਆਂ ਵਿਕਾਰਾਂ ਵੱਲੋਂ ਲੱਜਿਆ ਧਾਰਨ ਕਰਨੀ ਹੈ, ਵੈਰਾਗ ਧਾਰਨ ਕਰਨਾ ਹੈ। ਪਤ ਇਹ ਸਾਡੇ ਕੋਲ ਪਾਤਰ ਹੈ, ਇਹ ਖੱਪਰ ਹੈ। ਮੁੰਦਾ ਸੰਤੋਖ ਦੀ ਮੁੰਦਰਾ ਹੋ ਗਈ, ਤੇ ਵੈਰਾਗ ਦਾ ਪਾਤਰ ਹੋ ਗਿਆ, ਕਮੰਡਲ ਹੋ ਗਿਆ, ਖੱਪਰ ਹੋ ਗਿਆ। ਫਿਰ ਮਹਾਰਾਜ ਝੋਲੀ ਕਿਹੜੀ ਹੈ? ਝੋਲੀ ਧਿਆਨ ਕੀ। ਜਿਹੜਾ ਵਾਹਿਗੁਰੂ ਦਾ ਧਿਆਨ ਹੈ, ਇਹ ਅਸਾਂ ਝੋਲੀ ਧਾਰਨ ਕੀਤੀ ਹੋਈ ਹੈ। ਇਹਦਾ ਮਤਲਬ ਇਹ ਅਸੀਂ ਬਾਹਰਲੇ ਚਿੰਨ੍ਹਾਂ ਦੇ ਧਾਰਨੀ ਨਹੀਂ ਬਣ ਸਕਦੇ। ਹਾਂ, ਜੇ ਤੁਸੀਂ ਵੀ ਅਸਲੀ ਯੋਗੀ ਬਣਨਾ ਹੈ ਤੇ ਵਾਹਿਗੁਰੂ ਦੇ ਨਾਲ ਜੁੜਨਾ ਹੈ, ਫਿਰ ਆਹ ਦੈਵੀ ਗੁਣ ਧਾਰਨ ਕਰਨੇ ਚਾਹੀਦੇ ਨੇ। ਸੰਤੋਖ ਦੀ ਮੁੰਦਰਾ ਪਾਓ। ਸੰਤੋਖ ਇੱਕ ਐਸਾ ਗੁਣ ਹੈ ਜਿਸ ਦੀ ਬਾਬਤ ਹਜ਼ੂਰ ਨੇ ਪਿੱਛੇ ਲਿਖਿਆ ਸੀ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਇਹ ਜਿਹੜਾ ਧਰਮ ਹੈ, ਇਸ ਦੀ ਮਾਂ ਹੈ ਦਇਆ। ਧਰਮ ਦਾ ਪੁੱਤਰ ਹੈ ਸੰਤੋਖ, ਤੇ ਸੰਤੋਖ ਨੇ ਸਾਰੀ ਸੰਸਾਰ ਦੀ ਮਰਜ਼ਾਦਾ ਨੂੰ ਕਾਇਮ ਰੱਖਿਆ ਹੋਇਆ ਹੈ। ਸੰਤੋਖ ਤੋਂ ਮੁਰਾਦ ਹੈ ਸੰਜਮ, ਸੰਤੋਖ ਤੋਂ ਮੁਰਾਦ ਹੈ ਜ਼ਬਤ, ਸੰਤੋਖ ਤੋਂ ਮੁਰਾਦ ਹੈ ਕੰਟਰੋਲ। ਹਜ਼ੂਰ ਕਹਿੰਦੇ ਨੇ ਮੁੰਦਾ ਸੰਤੋਖ। ਅਸੀਂ ਸੰਤੋਖ ਦੀ ਮੁੰਦਰਾ ਧਾਰਨ ਕੀਤੀ ਹੋਈ ਹੈ। ਬਿਨਾ ਸੰਤੋਖ ਨਹੀਂ ਕੋਊ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਅਸਲੀ ਸੰਤੋਖ ਉਹ ਹੁੰਦਾ ਹੈ, ਨਾ ਤੇ ਦੁਨੀਆ ਦੇ ਪਦਾਰਥਾਂ ਦੀ ਇੱਛਾ ਹੀ ਮਨ ਦੇ ਵਿੱਚ ਪੈਦਾ ਹੋਵੇ, ਤੇ ਨਾ ਹੀ ਦੇਵਲੋਕ ਦੇ ਪਦਾਰਥਾਂ ਦੀ ਲਾਲਸਾ ਮਨ ਦੇ ਵਿੱਚ ਪੈਦਾ ਹੋਵੇ। ਉਹਨੂੰ ਕਹਿੰਦੇ ਆ ਸੰਤੋਖ। ਹੁਣ ਆਮ ਤੌਰ ਤੇ ਕਈ ਲੋਕ ਦਿਖਾਵੇ ਦਾ ਵੀ ਸੰਤ ਕਰਦੇ ਨੇ। ਉੱਤੋਂ ਤਾਂ ਕਹਿੰਦੇ ਨਹੀਂ ਬਸ ਠੀਕ ਹੈ ਜੀ, ਸਾਨੂੰ ਨਹੀਂ ਇਸ ਚੀਜ਼ ਦੀ ਲੋੜ, ਪਰ ਅੰਦਰੋਂ ਮਨ ਚਾਹੁੰਦਾ ਹੁੰਦਾ। ਇਹ ਸੰਤੋਖ ਨਹੀਂ, ਇਹ ਇੱਕ ਪਖੰਡ ਹੈ। ਹਜ਼ੂਰ ਕਹਿੰਦੇ ਅੰਦਰੋਂ ਮਨ ਦੇ ਵਿੱਚ ਸੰਤੋਖ ਹੋਣਾ ਚਾਹੀਦਾ, ਕਿਉਂਕਿ ਅਸਲੀ ਯੋਗੀ ਤਾਂ ਮਨ ਹੈ ਨਾ, ਉਹਦੇ ਵਿੱਚ ਸੰਤੋਖ ਦਾ ਗੁਣ ਹੋਣਾ ਚਾਹੀਦਾ। ਸੰਤੋਖ ਤੋਂ ਬਿਨਾ ਮਨ ਕਦੇ ਟਿਕ ਹੀ ਨਹੀਂ ਸਕਦਾ, ਕਿਉਂਕਿ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਬਚਨ ਨੇ, ਸਾਧੋ ਇਹੋ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਇਹ ਜਿਹੜੀ ਚੰਚਲ ਤ੍ਰਿਸ਼ਨਾ ਹੈ, ਇਹਦੀ ਅਸਵਾਰੀ ਕਰਕੇ ਮਨ ਇੱਧਰ ਉੱਧਰ ਦੌੜਦਾ ਹੈ। ਜਾਂ ਇਉਂ ਕਹਿ ਦਿਓ, ਵਾਸ਼ਨਾ ਦੇ ਘੋੜੇ ਉੱਤੇ ਚੜ੍ਹ ਕੇ ਮਨ ਇੱਧਰ ਉੱਧਰ ਦੌੜਦਾ ਹੈ। ਜੇ ਮਨੁੱਖ ਦੀ ਵਾਸ਼ਨਾ ਹੀ ਖਤਮ ਹੋ ਗਈ ਤੇ ਫਿਰ ਮਨ ਟਿਕਦਾ। ਜੇ ਹਵਾ ਚੱਲੇਗੀ ਤਾਂ ਸਾਗਰ ਵਿੱਚ ਲਹਿਰਾਂ ਜ਼ਰੂਰ ਉੱਠਣਗੀਆਂ। ਜਦੋਂ ਹਵਾ ਹੀ ਬੰਦ ਹੋ ਜਾਵੇ ਤੇ ਲਹਿਰਾਂ ਵੀ ਸ਼ਾਂਤ ਹੋ ਜਾਂਦੀਆਂ।
ਹਜ਼ੂਰ ਕਹਿੰਦੇ ਨੇ ਸੰਤੋਖ ਨੂੰ ਧਾਰਨ ਕਰੋ। ਸੰਤੋਖ ਦਾ ਮਤਲਬ ਹੈ ਮਨ ਦੀ ਐਨ ਸ਼ਾਂਤ ਅਵਸਥਾ। ਇਹ ਮੁੰਦਰਾ ਧਾਰਨ ਕਰੋ। ਅਸਾਂ ਵੀ ਇਹ ਮੁੰਦਰਾ ਧਾਰਨ ਕੀਤੀ ਹੋਈ ਹੈ। ਤੇ ਵੈਰਾਗ ਕੈਸਾ ਹੋਵੇ? ਕਿਸੇ ਕਵੀ ਨੇ ਲਿਖਿਆ ਹੈ, ਬ੍ਰਹਮਾ ਇੰਦਰ ਆਦਿ ਲੋ ਹੋਤ ਦੇਹ ਤਰ ਭੋਗ, ਕਾਕ ਬਿਸ਼ ਸਮ ਜੇਗਨ ਬੀਤ ਰਾਗ ਤੇ ਲੋਕ। ਅਸਲੀ ਵੈਰਾਗ ਉਹ ਹੈ, ਇਸ ਧਰਤੀ ਤੋਂ ਲੈ ਕੇ ਬ੍ਰਹਮ ਲੋਕ ਤੱਕ, ਇੰਦਰ ਲੋਕ ਤੱਕ ਜਿਤਨੇ ਵੀ ਦਿਵ ਭੋਗ ਨੇ, ਤੇ ਉਹਨਾਂ ਨੂੰ ਕਾਂ ਦੀ ਬਿਸ਼ਟਾ ਸਮਾਨ ਸਮਝਣਾ। ਕਿਉਂਕਿ ਕਾਂ ਦੀ ਖੁਰਾਕ ਵੀ ਗੰਦਗੀ ਹੈ, ਤੇ ਜਿਹੜੀ ਉਹਦੀ ਬਿਸ਼ਟਾ ਹੈ ਉਹ ਗੰਦਗੀ ਤੋਂ ਵੀ ਗਾਂਹ ਗੰਦਗੀ ਹੈ। ਇਹਨਾਂ ਉਹਨਾਂ ਨੂੰ ਘਟੀਆ ਤੇ ਮਾੜਾ ਸਮਝਣਾ, ਇਹ ਅਸਲੀ ਵੈਰਾਗੀ ਲੋਕਾਂ ਦੀ ਅਵਸਥਾ ਹੁੰਦੀ ਹੈ। ਹਜ਼ੂਰ ਕਹਿੰਦੇ ਤੁਸੀਂ ਬਾਹਰ ਤੇ ਮੁੰਦਰਾ ਪਾਈਆਂ ਹੋਈਆਂ ਨੇ, ਹੱਥ ਵਿੱਚ ਖੱਪਰ ਵੀ ਫੜੇ ਹੋਏ ਨੇ, ਪਰ ਇਹ ਦੈਵੀ ਗੁਣ ਧਾਰਨ ਕਰੋ। ਤੁਹਾਡੇ ਮਨ ਵਿੱਚ ਸੰਤੋਖ ਹੋਣਾ ਚਾਹੀਦਾ, ਅਤੇ ਨਾਲ ਹੀ ਵੈਰਾਗ ਦਾ ਪਾਤਰ ਤੁਹਾਡੇ ਮਨ ਦੇ ਹੱਥ ਵਿੱਚ ਸੰਕਲਪ ਦੇ ਵਿੱਚ ਪਕੜਿਆ ਹੋਣਾ ਚਾਹੀਦਾ, ਤੇ ਝੋਲੀ ਧਿਆਨ ਦੀ ਹੋਣੀ ਚਾਹੀਦੀ ਹੈ। ਤੇ ਕਰਹਿ ਵਿਭੂਤ। ਤੇ ਫਿਰ ਮਹਾਰਾਜ ਵਿਭੂਤੀ ਕਿਹੜੀ ਹੈ? ਯੋਗੀ ਲੋਕ ਸਵਾਹ ਨੂੰ ਵਿਭੂਤੀ ਕਹਿੰਦੇ ਨੇ। ਤੇ ਹਜ਼ੂਰ ਕਹਿੰਦੇ ਨੇ ਵੀ ਜਿਹੜਾ ਸਰੀਰ ਨੂੰ ਨਾਸਵੰਤ ਜਾਣਨਾ, ਕਿਉਂਕਿ ਸਰੀਰ ਹੈ ਹੀ ਖਾਕ ਦੀ ਢੇਰੀ, ਤੇ ਇਹ ਜਿਹੜਾ ਸਰੀਰ ਨੂੰ ਨਾਸਵੰਤ ਸਮਝਣਾ ਹੈ, ਖਾਕ ਦੀ ਢੇਰੀ ਜਾਣਨਾ ਹੈ, ਇਹੀ ਅਸੀਂ ਸਵਾਹ ਮਲੀ ਹੈ, ਇਹੀ ਵਿਭੂਤੀ ਲਾਈ ਹੈ। ਅਸੀਂ ਬਾਹਰਲੀ ਸਵਾਹ ਮਲਣ ਦੇ ਆਦੀ ਨਹੀਂ ਹਾਂ, ਕਿਉਂਕਿ ਆਮ ਤੌਰ ਤੇ ਤਾਂ ਲੋਕੀ ਸਵਾਹ ਨੂੰ ਮਾੜਾ ਹੀ ਗਿਣਦੇ ਨੇ, ਕਹਿੰਦੇ ਫਲਾਨਾ ਤੇ ਸਾਡੇ ਸਿਰ ਵਿੱਚ ਸਵਾਹ ਪਾ ਗਿਆ। ਪਰ ਹਜ਼ੂਰ ਕਹਿੰਦੇ ਅਸੀਂ ਇਹੋ ਜੀ ਸਵਾਹ ਮਲਣ ਦੇ ਬਿਲਕੁਲ ਆਦੀ ਨਹੀਂ ਹਾਂ। ਅਸੀਂ ਤੇ ਸਰੀਰ ਨੂੰ ਜੋ ਨਾਸਵੰਤ ਜਾਣਿਆ ਹੈ, ਖਾਕ ਦੀ ਮੁੱਠੀ ਸਮਝਿਆ ਹੈ, ਇਹੀ ਵਿਭੂਤੀ ਲਾਈ ਹੈ। ਜਾਂ ਇਹਦਾ ਹੋਰ ਢੰਗ ਦੇ ਨਾਲ ਵੀ ਕਈ ਵਿਦਵਾਨਾਂ ਨੇ ਅਰਥ ਕੀਤਾ ਹੈ। ਇਹਨਾਂ ਸਿੱਧਾ ਨੇ ਆਖਿਆ, ਮਹਾਰਾਜ ਤੁਸੀਂ ਤੇ ਇੱਕ ਮੁੰਦਰਾ ਦੀ ਗੱਲ ਕੀਤੀ ਹੈ, ਯੋਗੀ ਤਾਂ ਦੋ ਮੁੰਦਰਾ ਪਾਉਂਦੇ ਨੇ। ਤਾਂ ਇਹਦਾ ਅਰਥ ਫਿਰ ਇਉਂ ਮਹਾਂਪੁਰਖ ਕਰਦੇ ਸਨ, ਮੁੰਦਾ ਸੰਤੋਖ ਸਰਮ। ਪਹਿਲਾਂ ਇੱਥੇ ਆ ਕੇ ਛੋਟਾ ਵਿਸਰਾਮ ਦਿਓ। ਇੱਕ ਮੁੰਦਰਾ ਹੈ ਸੰਤੋਖ ਦੀ, ਤੇ ਦੂਜੀ ਮੁੰਦਰਾ ਹੈ ਸ਼ਰਮ ਵੈਰਾਗ ਦੀ। ਇਹ ਦੋ ਮੁੰਦਰਾ ਤੁਸੀਂ ਧਾਰਨ ਕਰੋ। ਤੇ ਪਤ ਇਹ ਉਤੋਂ ਲੈਣਾ, ਵਿਚਾਰ ਦਾ ਪਾਤਰ ਧਾਰਨ ਕਰੋ। ਤੇ ਝੋਲੀ ਸ਼ਰਧਾ ਦੀ ਧਾਰਨ ਕਰੋ। ਧਿਆਨ ਕੀ ਕਰਹਿ ਬਪੂਤ, ਜਿਹੜਾ ਵਾਹਿਗੁਰੂ ਵਿੱਚ ਧਿਆਨ ਲਾਉਣਾ ਹੈ। ਧਿਆਨ ਤਰੋ ਤਿਹ ਕੋ ਮਨ ਮੈਂ, ਜਿਹ ਕੋ ਮਿਤੋਜ ਸਭੈ ਜਗ ਛਾਇਓ। ਇਹ ਵਿਭੂਤੀ ਪਾਈ ਮਲਣੀ ਹੈ। ਵਾਹਿਗੁਰੂ ਦੇ ਧਿਆਨ ਦੀ ਸੁਆਹ ਅਸੀਂ ਆਪਣੇ ਸਰੀਰ ਤੇ ਮਲੀ ਹੈ। ਐਸਾ ਅਸੀਂ ਯੋਗ ਧਾਰਨ ਕੀਤਾ ਹੈ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਇਹ ਯੋਗੀ ਕਹਿਣ ਲੱਗੇ, ਮਹਾਰਾਜ ਅਸੀਂ ਤੇ ਗੋਦੜੀ ਵੀ ਪਹਿਨਦੇ ਹਾਂ, ਉਹ ਵੱਖੋ ਵੱਖਰੀਆਂ ਰੰਗ ਬਰੰਗੀਆਂ ਟਾਕੀਆਂ ਸਿਉਂ ਕੇ, ਤੇ ਉਹਦੇ ਵਿੱਚ ਕੋਈ ਸ਼ਰੂੰ ਜੀ ਭਰ ਕੇ ਉਹ ਗੋਦੜੀ ਪਾਉਂਦੇ ਸਨ। ਉਹ ਗੋਦੜੀ ਸਰਦੀ ਗਰਮੀ ਤੋਂ ਸਰੀਰ ਨੂੰ ਬਚਾਉਂਦੀ ਸੀ। ਹਜ਼ੂਰ ਕਹਿੰਦੇ ਨੇ ਖਿੰਥਾ ਕਾਲ ਕੁਆਰੀ ਕਾਇਆ, ਜਿਹੜਾ ਕਾਲ ਦਾ ਭੈ ਹੈ, ਇਹੀ ਅਸੀਂ ਖਿੰਥਾ ਦਾ ਅਰਥ ਹੈ ਗੋਦੜੀ ਧਾਰਨ ਕੀਤੀ ਹੋਈ ਹੈ। ਖਿੰਥਾ ਕਾਲ, ਵੀ ਜਿਹੜਾ ਕਾਲ ਦਾ ਭੈ ਹੈ, ਹਮੇਸ਼ਾ ਇਹ ਜਾਣਨਾ ਵੀ ਸਾਡੇ ਸਿਰ ਉੱਤੇ ਕਾਲ ਦੀ ਤਲਵਾਰ ਲਟਕ ਰਹੀ ਹੈ, ਇਹੀ ਅਸਾਂ ਗੋਦੜੀ ਪਹਿਨੀ ਹੋਈ ਹੈ। ਪੈਂਦੇ ਖਾਂ ਨੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ। ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਇਹ ਵੀ ਲਿਖਿਆ ਕਿ ਜਦੋਂ ਜਹਾਂਗੀਰ ਬਾਦਸ਼ਾਹ ਅਤੇ ਉਹਦੀ ਬੇਗਮ ਨੂਰ ਜਹਾਂ ਸਤਿਗੁਰੂ ਨੂੰ ਮਿਲੇ, ਉਹਨਾਂ ਨੇ ਵੀ ਸਤਿਗੁਰੂ ਦੇ ਚਰਨਾਂ ਵਿੱਚ ਸਵਾਲ ਕੀਤਾ ਸੀ ਵੀ ਤੁਹਾਡੇ ਕੋਲ ਸਾਰੀ ਦੁਨੀਆ ਦੀ ਸੁੰਦਰ ਚੀਜ਼ਾਂ ਤੇ ਸੁੰਦਰ ਵਸਤਾਂ ਆਉਂਦੀਆਂ ਨੇ, ਤੁਸੀਂ ਆਪਣੇ ਮਨ ਨੂੰ ਕਿਵੇਂ ਪਰਮੇਸ਼ਰ ਦੇ ਨਾਲ ਜੋੜੀ ਰੱਖਦੇ ਹੋ?
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਕਿ ਇਹ ਜਹਾਂਗੀਰ ਜਿਸ ਮਨੁੱਖ ਨੂੰ ਮੌਤ ਯਾਦ ਹੈ ਉਹ ਕਦੇ ਵੀ ਇਸ ਸੰਸਾਰਕ ਅਵਸਥਾ ਦੇ ਵਿੱਚ ਖਚਤ ਨਹੀਂ ਹੋ ਸਕਦਾ। ਜਿਸ ਨੂੰ ਮੌਤ ਭੁੱਲ ਜਾਵੇ ਉਹੀ ਦੁਨਿਆਵੀ ਅਵਸਥਾ ਦੇ ਵਿੱਚ, ਨਸ਼ਿਆਂ ਵਿਸ਼ਿਆਂ ਦੇ ਵਿੱਚ ਤੇ ਜਿਹੜੀ ਹੋਰ ਦੁਨਿਆਵੀ ਸੁੰਦਰਤਾ ਹੈ ਉਹਦੇ ਵਿੱਚ ਖਚਤ ਹੁੰਦਾ। ਇੱਕ ਕਿਸੇ ਰਾਜੇ ਨੇ ਸਾਧੂ ਕੋਲੇ ਸਵਾਲ ਕੀਤਾ, ਕਹਿਣ ਲੱਗਾ, ਮਹਾਰਾਜ ਜਿਸ ਬੰਦੇ ਨੂੰ ਵਾਹਿਗੁਰੂ ਸਾਰੇ ਸੁੱਖ ਦੇਵੇ ਉਹ ਤੇ ਸੁੱਖਾਂ ਦੇ ਵਿੱਚ ਪੈ ਕੇ ਰੱਬ ਨੂੰ ਭੁੱਲ ਹੀ ਜਾਂਦਾ ਹੈ, ਤੇ ਸੁੱਖਾਂ ਵਿੱਚ ਰਹਿ ਕੇ ਆਦਮੀ ਕਿਵੇਂ ਪਰਮਾਤਮਾ ਨੂੰ ਯਾਦ ਕਰੇ। ਮਹਾਂਪੁਰ ਕਹਿਣ ਲੱਗੀ, ਅੱਛਾ ਇਹ ਗੱਲ ਹੈ। ਮਹਾਂਪੁਰ ਕਹਿਣ ਲੱਗੇ, ਅੱਛਾ ਜਿਹੜੇ ਮਹਿਲਾਂ ਵਿੱਚ ਤੂੰ ਰਾਤ ਨੂੰ ਸੌਣਾ ਹੈ ਨਾ, ਔਰ ਉਹਦੇ ਉੱਤੇ ਕੱਚੇ ਤਾਗੇ ਦੇ ਨਾਲ ਬੰਨ੍ਹ ਕੇ ਤਲਵਾਰ ਲਟਕਾ ਦੇਵੀਂ, ਤੇ ਫਿਰ ਭਲਾ ਦੇਖੀ ਤੈਨੂੰ ਸੁੱਖ ਦੀ ਨੀਂਦਰ ਆਉਂਦੀ ਹੈ ਕਿ ਨਹੀਂ ਆਉਂਦੀ, ਤੇਰੇ ਮਨ ਦੇ ਵਿੱਚ ਕੋਈ ਬਦੀ ਦਾ ਖਿਆਲ ਉੱਠਦਾ ਕਿ ਨਹੀਂ ਉੱਠਦਾ। ਹੁਣ ਰਾਜੇ ਨੇ ਬਚਨ ਤੇ ਮੰਨਣਾ ਹੀ ਸੀ। ਉੱਪਰ ਨੰਗੀ ਤਲਵਾਰ ਲਟਕਦੀ ਹੈ, ਹੇਠਾਂ ਰਾਜਾ ਸੁੱਤਾ ਹੋਇਆ ਹੈ, ਤੇ ਸਾਰੀ ਰਾਤ ਹੀ ਰੱਬ ਦਾ ਨਾਂ ਲੈਂਦਾ ਰਿਹਾ ਬਈ ਕਿਧਰੇ ਤਲਵਾਰ ਡਿੱਗ ਪਈ ਤੇ ਮੇਰਾ ਭੋਗ ਪੈ ਜਾਣਾ। ਇਸ ਲਈ ਜਿਹੜਾ ਇਹ ਕਾਲ ਦਾ ਪੈ ਹੈ ਨਾ, ਮੌਤ ਦਾ ਪੈ ਹੈ, ਹਜ਼ੂਰ ਕਹਿੰਦੇ ਖਿੰਥਾ, ਇਹ ਅਸਾਂ ਗੋਦੜੀ ਪਾਈ ਹੋਈ ਹੈ। ਕੁਆਰੀ ਕਾਇਆ ਜਿਹੜੀ ਇਹ ਦੇਹ ਹੈ, ਕਾਇਆ ਦਾ ਅਰਥ ਦੇਹ, ਇਹ ਜਿਹੜੀ ਸਾਡੀ ਕਾਇਆ ਦੇਹ ਹੈ, ਇਸ ਨੂੰ ਅਸੀਂ ਕੁਆਰੀ ਰੱਖਿਆ ਹੋਇਆ ਹੈ। ਕੁਆਰੀ ਤੋਂ ਮੁਰਾਦ ਇਹ ਹੈ, ਜਿਵੇਂ ਆਮ ਤੌਰ ਤੇ ਇਹ ਸੁਣਨ ਵਿੱਚ ਆਇਆ ਹੈ, ਜਿਹੜੇ ਯੋਗੀ ਸਨ ਰਿੱਧੀਆਂ ਸਿੱਧੀਆਂ ਵਾਲੇ, ਔਰ ਇਹ ਜਦੋਂ ਰਿੱਧੀਆਂ ਸਿੱਧੀਆਂ ਦਾ ਪ੍ਰਯੋਗ ਕਰਦੇ ਸਨ, ਖਾਸ ਕਰਕੇ ਇੱਕ ਇਹਨਾਂ ਦਾ ਪ੍ਰਯੋਗ ਇਹ ਸੀ, ਆਪਣੇ ਸਰੀਰ ਵਿੱਚੋਂ ਆਪਣੀ ਆਤਮਾ ਨੂੰ ਬਾਹਰ ਕੱਢਣਾ। ਜਦੋਂ ਇਹ ਇਸ ਸਿੱਧੀ ਦਾ ਪ੍ਰਯੋਗ ਕਰਦੇ ਸਨ ਤੇ ਉਸ ਵੇਲੇ ਇੱਕ ਕੁਆਰੀ ਕੰਨਿਆ ਨੂੰ ਆਪਣੇ ਕੋਲ ਰੱਖਦੇ ਸਨ। ਜਦੋਂ ਉਹਨਾਂ ਦੇ ਜਿਸਮ ਦੇ ਵਿੱਚੋਂ ਰੂਹ ਬਾਹਰ ਨਿਕਲਦੀ ਸੀ, ਔਰ ਉਸ ਵੇਲੇ ਉਹ ਕੁਆਰੀ ਕੰਨਿਆ ਜਿੰਨਾ ਚਿਰ ਤੱਕ ਉਹਨਾਂ ਦੇ ਜਿਸਮ ਨੂੰ ਹੱਥ ਨਹੀਂ ਸੀ ਲਾਉਂਦੀ, ਉਹਨਾਂ ਦੇ ਹੱਥ ਨੂੰ ਸਰੀਰ ਨੂੰ ਛੂਹਦੀ ਨਹੀਂ ਸੀ, ਤੇ ਉਹਨਾਂ ਦੀ ਰੂਹ ਦੁਬਾਰਾ ਪ੍ਰਵੇਸ਼ ਨਹੀਂ ਸੀ ਹੋ ਸਕਦੀ। ਇੱਕ ਪ੍ਰਯੋਗ ਵਾਸਤੇ ਇਹ ਜਿਹੜੇ ਯੋਗੀ ਲੋਕ ਸਨ, ਇੱਕ ਕੁਆਰੀ ਕੰਨਿਆ ਨੂੰ ਵੀ ਕੋਲ ਰੱਖਦੇ ਸਨ ਜਦੋਂ ਇਹੋ ਜਿਹਾ ਪ੍ਰਯੋਗ ਕਰਨਾ ਹੁੰਦਾ ਸੀ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇਹ ਜਿਹੜੇ ਯੋਗੀ ਸਨ, ਵੀ ਇਹ ਹੁਣ ਕੁਆਰੀ ਕੰਨਿਆ ਨੂੰ ਜਿੱਥੇ ਸਿੱਧੀ ਦੇ ਪ੍ਰਯੋਗ ਲਈ ਵਰਤਦੇ ਸਨ, ਪਰ ਇਹਨਾਂ ਨੇ ਹੁਣ ਉਹਦੇ ਲਈ ਦੁਰਉਪਯੋਗ ਵੀ ਸ਼ੁਰੂ ਕਰ ਦਿੱਤਾ ਸੀ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਯੋਗੀਆਂ ਨੂੰ ਸਮਝਾਇਆ, ਤੁਸੀਂ ਤੇ ਕੁਆਰੀ ਕੰਨਿਆ ਦੇ ਪ੍ਰਯੋਗ ਦੇ ਨਾਲ ਰਿੱਧੀਆਂ ਸਿੱਧੀਆਂ ਦੇ ਵਿੱਚ ਸਫਲਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਪਰ ਅਸੀਂ ਤੁਹਾਨੂੰ ਇਹਦੇ ਬਾਰੇ ਇਹ ਕਹਾਂਗੇ, ਕੁਆਰੀ ਕਾਇਆ, ਤੁਸੀਂ ਆਪਣੀ ਕਾਇਆ ਨੂੰ, ਕੁਆਰੀ ਦਾ ਅਰਥ ਹੈ ਨਿਰਵਿਕਾਰ ਰੱਖੋ। ਤੁਸੀਂ ਕੋਈ ਆਪਣੇ ਸਰੀਰ ਦੇ ਨਾਲ ਪਾਪ ਨਾ ਕਰੋ, ਵਿਭਚਾਰ ਨਾ ਕਰੋ, ਕੋਈ ਹੋਰ ਬੁਰਾ ਕੰਮ ਨਾ ਕਰੋ, ਫਿਰ ਤੁਹਾਨੂੰ ਆਪਣੇ ਆਪ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ, ਨਿਆਮਤਾਂ, ਬਰਕਤਾਂ, ਬਖਸ਼ਾਂ ਪ੍ਰਾਪਤ ਹੋ ਸਕਦੀਆਂ। ਹਜ਼ੂਰ ਕਹਿੰਦੇ ਕੁਆਰੀ ਕਾਇਆ, ਜਿਹੜੀ ਕਾਇਆ ਨੂੰ ਵਿਕਾਰਾਂ ਤੋਂ ਨਿਰਲੇਪ ਰੱਖਣਾ ਹੈ, ਪਾਪਾਂ ਤੋਂ ਨਿਰਲੇਪ ਰੱਖਣਾ ਹੈ, ਤੇ ਇਹੀ ਕੁਆਰੀ ਕੰਨਿਆ ਦਾ ਪ੍ਰਯੋਗ ਕਰਨਾ ਹੈ, ਜੁਗਤ ਡੰਡਾ ਪ੍ਰਤੀਤ। ਹਜ਼ੂਰ ਕਹਿੰਦੇ ਵੀ ਅਸਲੀ ਜਿਹੜੀ ਜੋਗ ਦੀ ਜੁਗਤੀ ਕੀ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ। ਇਹ ਸੰਸਾਰ ਤੇ ਅੰਜਨ ਰੂਪ ਹੈ। ਅੰਜਨ ਕਹਿੰਦੇ ਨੇ ਸੁਰਮੇ ਨੂੰ। ਇਹ ਸੰਸਾਰ ਤੇ ਸੁਰਮੇ ਦਾ ਕੱਜਲ ਦਾ ਕੋਠੜਾ ਹੈ। ਇਹਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਦਾਮਾਂ ਨੂੰ ਪਾਕ ਰੱਖਣਾ, ਇਹ ਜੋਗ ਦੀ ਜੁਗਤੀ ਹੈ। ਸਤਿਗੋਸ਼ਟ ਬਾਣੀ ਵਿੱਚ ਵੀ ਬਚਨ ਆਏ ਨੇ, ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਅਉਧੂ ਨਾਨਕ ਦੇਹੁ ਸੱਚਾ ਵਿਚਾਰੋ। ਚਰਪਟ ਨਾਥ ਨੇ ਪੁੱਛਿਆ ਸੀ ਇਸ ਭਾਵ ਸਾਗਰ ਤੋਂ
ਕਿਵੇਂ ਪਾਰ ਹੋਇਆ ਜਾਵੇ, ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀ, ਇਹ ਜੁਗਤ ਹੈ, ਜੋਗ ਦੀ ਜੁਗਤ, ਗੁਰਮਤਿ ਜੋਗ ਦੀ ਜੁਗਤ। ਜੈਸੇ ਜਲ ਮੈਂ ਕਵਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਸੁਰਤ ਸ਼ਬਦ ਦਾ ਸੁਮੇਲ, ਇਹ ਜੋਗ ਦੀ ਜੁਗਤ ਹੈ। ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨਾ। ਹਜ਼ੂਰ ਕਹਿੰਦੇ ਜੁਗਤ ਨੂੰ ਧਾਰਨ ਕਰੋ, ਡੰਡਾ ਪ੍ਰਤੀਤ, ਵੀ ਜਿਹੜਾ ਵਾਹਿਗੁਰੂ ਪਰਮੇਸ਼ਰ ਤੇ ਪ੍ਰਤੀਤ ਦਾ ਅਰਥ ਹੈ ਪ੍ਰਤੀਤ ਕਰਨੀ ਹੈ, ਭਰੋਸਾ ਰੱਖਣਾ ਹੈ, ਆਪਣਾ ਇਤਕਾਦ ਕਾਇਮ ਰੱਖਣਾ ਹੈ। ਇਹ ਹੱਥ ਵਿੱਚ ਡੰਡਾ ਫੜੋ, ਤੇ ਅਸਾਂ ਵੀ ਇਹ ਡੰਡਾ ਫੜਿਆ ਹੋਇਆ ਹੈ। ਉਹਨਾਂ ਯੋਗੀਆਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਹਰਲੇ ਚਿੰਨ੍ਹ ਧਾਰਨ ਕਰਨ ਦੀ ਥਾਂ ਇਹ ਦੈਵੀ ਗੁਣ ਧਾਰਨ ਕਰਨ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਾਂ ਕੁਝ ਵਿਦਵਾਨਾਂ ਨੇ ਇਸ ਪੰਕਤੀ ਦਾ ਅਰਥ ਇਉਂ ਵੀ ਕੀਤਾ ਹੈ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਇਸ ਢੰਗ ਦੇ ਨਾਲ ਉਹਨਾਂ ਨੇ ਅਰਥ ਲਈ ਵਿਸਰਾਮ ਕੀਤਾ ਹੈ, ਖਿੰਥਾ ਕਾਲ ਕੁਆਰੀ ਕਾਇਆ, ਵੀ ਇਹ ਜਿਹੜੀ ਕਾਇਆ ਹੈ ਇਸ ਨੂੰ ਕਾਲ ਦੀ ਕੁਆਰੀ ਦਾ ਅਰਥ ਹੈ ਗ੍ਰਾਹੀ ਸਮਝਣਾ, ਇਹ ਅਸਾਂ ਖਿੰਥਾ ਧਾਰਨ ਕੀਤੀ ਹੋਈ ਹੈ। ਜਾਂ ਦੂਸਰਾ ਖਿੰਥਾ ਕਾਲ, ਕਾਲ ਦਾ ਪੈ ਖਿੰਥਾ ਹੈ, ਕੁਆਰੀ ਕਾਇਆ ਜੁਗਤ, ਵੀ ਜਿਹੜੀ ਕਾਇਆ ਨੂੰ ਕੁਆਰੀ ਰੱਖਣਾ ਹੈ, ਵਿਕਾਰਾਂ ਤੇ ਪਾਪਾਂ ਤੋਂ ਬਚਾਈ ਰੱਖਣਾ ਹੈ, ਇਹੀ ਪਾਈ ਜੁਗਤ ਹੈ ਵਾਹਿਗੁਰੂ ਦੇ ਮਿਲਣ ਦੀ। ਡੰਡਾ ਪ੍ਰਤੀਤ, ਵੀ ਜਿਹੜੇ ਵਾਹਿਗੁਰੂ ਤੇ ਭਰੋਸਾ ਧਾਰਨ ਕਰਨਾ ਹੈ, ਇਹੀ ਅਸੀਂ ਡੰਡਾ ਹੱਥ ਵਿੱਚ ਪਕੜਿਆ ਹੋਇਆ ਹੈ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਹਜ਼ੂਰ ਕਹਿੰਦੇ ਨੇ ਆਈ ਪੰਥੀ, ਆਈ ਪੰਥੀ ਯੋਗੀ ਅਸਲੀ ਉਹ ਹੈ ਜਿਸ ਨੇ ਵਾਹਿਗੁਰੂ ਦੀ ਅਕਾਲੀ ਜੋਤ ਨੂੰ ਸਾਰਿਆਂ ਦੇ ਵਿੱਚ ਹੀ ਆਈ ਹੋਈ ਸਮਝਿਆ ਹੋਇਆ, ਤੇ ਸਗਲ ਜਮਾਤੀ, ਤੇ ਫਿਰ ਉਹ ਸਾਰਿਆਂ ਦਾ ਹੀ ਹਮ ਜਮਾਤੀ ਬਣ ਜਾਂਦਾ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਧਰਮ ਸਾਰੇ ਵਿਸ਼ਵ ਲਈ ਸਾਂਝਾ ਸੀ। ਸਤਿਗੁਰੂ ਮਹਾਰਾਜ ਦੇ ਬਚਨ ਨੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਗੁਰਮਤਿ ਦਾ ਉਪਦੇਸ਼ ਹਰ ਮਨੁੱਖ ਦੇ ਲਈ ਸਾਂਝਾ ਹੈ। ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਹਜ਼ੂਰ ਕਹਿੰਦੇ ਸਾਡਾ ਸਾਰਿਆਂ ਦਾ ਇੱਕੋ ਹੀ ਪਿਤਾ ਹੈ ਅਕਾਲ ਪੁਰਖ, ਇੱਕੋ ਹੀ ਮਾਂ ਹੈ ਪਰਮੇਸ਼ਰ ਦੀ ਮਾਇਆ ਜਾਂ ਕੁਦਰਤ। ਅਸੀਂ ਸਾਰੇ ਉਸੇ ਦੀ ਹੀ ਸੰਤਾਨ ਹਾਂ। ਹਜ਼ੂਰ ਕਹਿੰਦੇ ਜਿਹੜਾ ਆਈ ਪੰਥੀ ਸਗਲ ਜਮਾਤੀ, ਇਹੀ ਆਈ ਪੰਥੀ ਯੋਗੀਆਂ ਦਾ ਫਿਰਕਾ ਹੈ ਜਿਹੜਾ ਉਸ ਅਕਾਲ ਪੁਰਖ ਦੀ ਜੋਤ ਨੂੰ ਸਾਰਿਆਂ ਦੇ ਵਿੱਚ ਹੀ ਆਇਆ ਹੋਇਆ ਸਮਝਣਾ ਹੈ। ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਲਿਖਿਆ ਹੈ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਇਉਂ ਇਹੀ ਸਾਡਾ ਆਈ ਪੰਥ ਹੈ। ਤੇ ਸਗਲ ਜਮਾਤੀ ਅਸੀਂ ਸਾਰਿਆਂ ਦੇ ਹਮ ਜਮਾਤੀ ਹਾਂ। ਭਾਵ ਕੋਈ ਵੀ ਮਨੁੱਖ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਅਸੀਂ ਕਿਸੇ ਨੂੰ ਵੀ ਵੱਖਰਾ ਨਹੀਂ ਸਮਝਦੇ, ਸਾਰਿਆਂ ਨੂੰ ਹੀ ਹਮ ਜਮਾਤੀ ਸਮਝਦੇ ਹਾਂ। ਆਪਣੇ ਮਿੱਤਰ ਦੋਸਤ ਭਰਾ ਸਾਰਿਆਂ ਨੂੰ ਇੱਕੋ ਜਿਹਾ ਮੰਨਦੇ ਹਾਂ। ਮਨ ਜੀਤਾ ਜਗ ਜੀਤ, ਇਹ ਕਹਿਣ ਲੱਗੇ ਤੁਸੀਂ ਰਿੱਧੀਆਂ ਸਿੱਧੀਆਂ ਦੇ ਨਾਲ ਜਗ ਨੂੰ ਜਿੱਤ ਲਵੋਗੇ। ਪਰ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਜੀਤਾ ਜਗ ਜੀਤ। ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਤੇ ਉਹੀ ਸੰਸਾਰ ਨੂੰ ਜਿੱਤ ਸਕਦਾ ਹੈ। ਜਿਸ ਨੇ ਮਨ ਨੂੰ ਨਹੀਂ ਜਿੱਤਿਆ ਤੇ ਸਮਝ ਲਓ ਉਹ ਕਦੇ ਸੰਸਾਰ ਨੂੰ ਨਹੀਂ ਜਿੱਤ ਸਕਿਆ। ਭਰਤਨੀ ਨੇ ਬੜਾ ਸੁੰਦਰ ਲਿਖਿਆ ਹੈ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤੋ ਸਭ ਰਿਪ ਜੀਤੇ। ਇਹਦਾ ਮਤਲਬ ਇਹ ਹੈ ਜੇ ਮਨ ਵੈਰੀ ਜਿਉਂਦਾ ਹੈ ਤੇ ਸਮਝ ਲਓ ਸਾਰੇ ਵੈਰੀ ਹਾਲੇ ਜਿਉਂਦੇ ਨੇ। ਜੇ ਮਨ ਵੈਰੀ ਜਿੱਤਿਆ ਗਿਆ ਤੇ ਸਮਝ ਲਓ ਸਾਰੇ ਵੈਰੀਆਂ ਤੇ ਫਤਿਹ ਪ੍ਰਾਪਤ ਕਰ ਲਈ। ਮਨ ਜੀਤਾ ਜਗ ਜੀਤ। ਜਿਸ ਨੇ ਮਨ ਨੂੰ ਜਿੱਤ ਲਿਆ ਉਹਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਜਿਸ ਨੇ ਸੰਸਾਰ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਨਾ ਤੇ ਉਹ ਸੰਸਾਰ ਨੂੰ ਹੀ ਜਿੱਤ ਸਕਿਆ ਤੇ ਨਾ ਹੀ ਆਪਣੇ ਮਨ ਨੂੰ ਜਿੱਤ ਸਕਿਆ। ਜੇ ਕਿਸੇ ਨੇ ਸੰਸਾਰ ਨੂੰ ਜਿੱਤ ਵੀ ਲਿਆ ਹੋਵੇ ਤੇ ਪਰ ਫੇਰ ਵੀ ਸਮਾਂ ਪਾ ਕੇ ਕੋਈ ਨਾ ਕੋਈ ਉਹਦਾ ਵੈਰੀ ਸਾਹਮਣੇ ਫੇਰ ਖੜਾ ਹੋਇਆ। ਇੱਕ ਐਸਾ ਹੀ ਪ੍ਰਸੰਗ ਮਹਾਂਪੁਰਖ ਸੁਣਾਉਂਦੇ ਸਨ। ਇੱਕ ਪਾਰਸਨਾਥ ਰਾਜਾ ਹੋਇਆ,
ਉਸਨੇ ਸ਼ਾਸਤਰ ਤੇ ਸ਼ਾਸਤਰ ਵਿਦਿਆ ਦੇ ਬਲ ਨਾਲ ਸਾਰੀ ਦੁਨੀਆ ਦੇ ਰਾਜੇ ਮਹਾਰਾਜਿਆਂ ਨੂੰ ਜਿੱਤਿਆ। ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇਹਨੇ ਫਿਰ ਸਵਾਲ ਕੀਤਾ, ਬਈ ਤੁਸੀਂ ਮੈਨੂੰ ਇਹ ਦੱਸੋ, ਕੋਈ ਹੁਣ ਮੇਰਾ ਵੈਰੀ ਹੋਰ ਵੀ ਰਹਿ ਗਿਆ? ਪਹਿਲਾਂ ਤੇ ਡਰਦੇ ਮਾਰੇ ਕੋਈ ਬੋਲਣ ਨਾ। ਇੱਕ ਗਿਆਨਦੇਵ ਰਾਜਾ ਸੀ, ਉਹ ਕਹਿਣ ਲੱਗਾ, ਤੁਸੀਂ ਮੇਰੀ ਜਾਨ ਮਾਫ ਕਰੋ, ਬਚਨ ਦਿਓ, ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡਾ ਅਸਲੀ ਵੈਰੀ ਕੌਣ ਹੈ। ਉਸਨੇ ਬਚਨ ਦਿੱਤਾ ਵੀ ਮੈਂ ਤੈਨੂੰ ਕੁਝ ਨਹੀਂ ਆਖਾਂਗਾ, ਤੂੰ ਮੈਨੂੰ ਇਹ ਦੱਸ ਮੇਰਾ ਅਸਲੀ ਦੁਸ਼ਮਣ ਕੌਣ ਹੈ। ਫਿਰ ਵੀ ਉਹ ਡਰਿਆ। ਉਹ ਕਹਿਣ ਲੱਗਾ, ਮੈਂ ਇਹਦੇ ਬਾਰੇ ਨਹੀਂ ਦੱਸ ਸਕਦਾ। ਇੱਕ ਖੀਰ ਸਮੁੰਦਰ ਦੇ ਵਿੱਚ ਮੱਛ ਹੈ, ਮੱਛ ਦੇ ਪੇਟ ਵਿੱਚ ਮਛਿੰਦਰਨਾਥ ਜੋਗੀ ਹੈ, ਤੁਸੀਂ ਉਹਨੂੰ ਬਾਹਰ ਕੱਢੋ, ਉਹ ਤੁਹਾਨੂੰ ਦੱਸੇਗਾ ਅਸਲੀ ਤੁਹਾਡਾ ਦੁਸ਼ਮਣ ਕੌਣ ਹੈ। ਬੜੇ ਯਤਨ ਕੀਤੇ, ਮੱਛ ਨੂੰ ਪਕੜਿਆ, ਉਹਦੇ ਵਿੱਚੋਂ ਮਛਿੰਦਰਨਾਥ ਜੋਗੀ ਨੂੰ ਬਾਹਰ ਕੱਢਿਆ। ਔਰ ਕਹਿੰਦੇ ਨੇ ਰਾਜੇ ਨੇ ਉਹਦੇ ਅੱਗੇ ਸਵਾਲ ਕੀਤਾ ਕਿ ਇਹ ਜੋਗੀ ਮਛਿੰਦਰਨਾਥ, ਤੂੰ ਮੈਨੂੰ ਦੱਸ ਕਿ ਮੇਰਾ ਅਸਲੀ ਦੁਸ਼ਮਣ ਕੌਣ ਹੈ। ਤਾਂ ਮਛਿੰਦਰਨਾਥ ਜੋਗੀ ਨੇ ਆਖਿਆ ਕਿ ਅਸਲੀ ਜਿਹੜਾ ਦੁਸ਼ਮਣ ਹੈ ਉਹ ਮਨੁੱਖ ਦਾ ਸ਼ੈਤਾਨ ਮਨ ਹੈ। ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਉਹੀ ਸੰਸਾਰ ਦੇ ਵਿੱਚ ਜਿੱਤ ਹਾਸਲ ਕਰ ਸਕਦਾ ਹੈ। ਜਿਸ ਨੇ ਮਨ ਨੂੰ ਨਹੀਂ ਜਿੱਤਿਆ ਉਹ ਕਦੇ ਸੰਸਾਰ ਤੇ ਵੀ ਜਿੱਤ ਨਹੀਂ ਹਾਸਲ ਕਰ ਸਕਦਾ। ਇਹ ਗੱਲ ਸੁਣ ਕੇ ਪਾਰਸਨਾਥ ਰਾਜੇ ਨੇ ਸਾਰੇ ਰਾਜਿਆਂ ਨੂੰ ਰਿਹਾ ਕਰ ਦਿੱਤਾ। ਕਹਿੰਦਾ, ਅਸਲੀ ਤੇ ਦੁਸ਼ਮਣ ਮੇਰਾ ਮਨ ਹਾਲੇ ਜਿਉਂ ਰਿਹਾ ਹੈ, ਤੇ ਜੇ ਮੈਂ ਸਾਰੇ ਰਾਜਿਆਂ ਨੂੰ ਜਿੱਤ ਵੀ ਲਿਆ ਤੇ ਕੋਈ ਇਹਨਾਂ ਦਾ ਅਰਥ ਨਹੀਂ। ਹੁਣ ਮੈਂ ਆਪਣੇ ਮਨ ਨੂੰ ਜਿੱਤਾਂਗਾ। ਤੇ ਮਨ ਨੂੰ ਜਿੱਤਣ ਵਾਸਤੇ ਇਸਨੇ ਬੜੇ ਸਾਧਨ ਕੀਤੇ। ਜੰਗਲਾਂ ਵਿੱਚ ਚਲਿਆ ਗਿਆ, ਪਹਾੜਾਂ ਦੀਆਂ ਗੁਫਾਵਾਂ ਵਿੱਚ ਜਾ ਕੇ ਵੀ ਰਹਿਣ ਲੱਗਾ, ਪਰ ਇਹਦਾ ਮਨ ਕਾਬੂ ਵਿੱਚ ਨਾ ਆਵੇ। ਕਿਉਂਕਿ ਸਤਿਗੁਰੂ ਨੇ ਲਿਖਿਆ ਹੈ, ਗ੍ਰਹਿ ਤਜ ਵਣਖੰਡ ਜਾਈਐ, ਚੁਣ ਖਾਈਐ ਕੰਦਾ, ਅਜਹੁ ਬੇਕਾਰ ਨਾ ਛੋਡੀ, ਪਾਪੀ ਮਨ ਮੰਦਾ। ਕਬਹੂ ਜੀਰਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਲੱਖ ਯਤਨ ਕਰਨ ਦੇ ਬਾਵਜੂਦ ਜਦੋਂ ਮਨ ਨਾ ਜਿੱਤ ਸਕਿਆ ਤੇ ਫਿਰ ਇਸਨੇ ਫੈਸਲਾ ਕੀਤਾ, ਮੇਰਾ ਦੁਸ਼ਮਣ ਮੇਥੋਂ ਜਿੱਤਿਆ ਨਹੀਂ ਗਿਆ, ਇਸ ਲਈ ਮੈਂ ਆਪਣੇ ਆਪ ਹੀ ਆਪਣੇ ਜੀਵਨ ਨੂੰ ਨਾਸ਼ ਕਰਦਾ ਹਾਂ। ਕਹਿੰਦੇ ਨੇ ਬਿਬਾਸ ਖੇਤਰ ਤੇ ਜਾ ਕੇ ਇਸਨੇ ਚਿਖਾ ਬਣਾਈ, ਚਿਖਾ ਬਣਾ ਕੇ ਜਿਉਂਦਾ ਸੜ ਕੇ ਮਰ ਗਿਆ ਸੀ, ਪਰ ਮਨ ਨੂੰ ਨਹੀਂ ਸੀ ਜਿੱਤ ਸਕਿਆ। ਇਥੋਂ ਪਤਾ ਲੱਗਦਾ ਮਨ ਦੀ ਸ਼ਕਤੀ ਕਿੰਨੀ ਮਹਾਨ ਹੈ। ਹਜ਼ੂਰ ਕਹਿੰਦੇ, ਤੁਸੀਂ ਬੜੇ ਬੜੇ ਯੋਗੀ ਰਿੱਧੀਆਂ ਸਿੱਧੀਆਂ ਨੂੰ ਤੇ ਪ੍ਰਾਪਤ ਕਰ ਲੈਂਦੇ ਹੋ, ਵਕਤੀ ਮਨ ਨੂੰ ਵੀ ਟਿਕਾ ਲੈਂਦੇ ਹੋ, ਪਰ ਅਸਲੀ ਮਨ ਨੂੰ ਜਿੱਤਣਾ ਬਹੁਤ ਔਖੀ ਗੱਲ ਹੈ। ਜਿਹੜਾ ਮਨ ਨੂੰ ਜਿੱਤ ਲਵੇ ਉਹ ਸਾਰੇ ਸੰਸਾਰ ਨੂੰ ਜਿੱਤ ਸਕਦਾ ਹੈ। ਆਦੇਸ ਤਿਸੈ ਆਦੇਸ। ਹਜ਼ੂਰ ਕਹਿੰਦੇ, ਐ ਯੋਗੀਓ, ਤੁਸੀਂ ਤੇ ਆਪਣੇ ਗੁਰੂ ਗੋਰਖ ਨੂੰ ਆਦੇਸ਼ ਕਹਿੰਦੇ ਹੋ, ਪਰ ਅਸੀਂ ਤੇ ਉਸ ਆਪਣੇ ਇਸ਼ਟ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਆਦੇਸ਼ ਨਮਸਕਾਰ ਕਰਦੇ ਹਾਂ। ਸਾਡੀ ਤਾਂ ਉਸੇ ਅਕਾਲ ਪੁਰਖ ਨੂੰ ਹੀ ਆਦੇਸ਼ ਹੈ, ਮਨ ਕਰਕੇ ਵੀ, ਸਰੀਰ ਕਰਕੇ ਵੀ, ਪਹਿਲਾਂ ਵੀ ਤੇ ਹੁਣ ਵੀ ਤੇ ਹਮੇਸ਼ਾ ਹਮੇਸ਼ਾ। ਆਦੇਸ਼ ਤਿਸੈ ਆਦੇਸ਼, ਸਾਡੀ ਤੇ ਉਸੇ ਅਕਾਲ ਪੁਰਖ ਨੂੰ ਹੀ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਹੈ? ਆਦ ਸਾਰਿਆਂ ਦਾ ਕਾਰਨ ਰੂਪ ਹੈ। ਅਨੀਲ, ਉਹ ਨੀਲ ਦਾ ਅਰਥ ਹੈ ਨੀਲਾ ਅਗਿਆਨ ਹੈ, ਮਾਇਆ ਹੈ, ਭਰਮ ਹੈ, ਔਰ ਉਸ ਤੋਂ ਵੀ ਉਹ ਨਿਰਲੇਪ ਸ਼ੁੱਧ ਸਰੂਪ ਹੈ। ਤੇ ਅਨਾਦ, ਜਿਸ ਦਾ ਕੋਈ ਆਦ ਨਹੀਂ ਜਾਣਿਆ ਜਾ ਸਕਦਾ, ਜਿਸ ਦੇ ਬਾਰੇ ਇਹ ਨਾ ਪਤਾ ਲੱਗ ਸਕੇ ਇਹ ਕਦੋਂ ਬਣਿਆ ਹੈ, ਉਹ ਐਸਾ ਅਕਾਲ ਪੁਰਖ ਹੀ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਅਨਾਹਤ, ਜਿਹੜਾ ਕਦੀ ਨਾਸ਼ ਨਹੀਂ ਹੁੰਦਾ। ਸਾਡੀ ਤੇ ਉਸ ਨੂੰ ਨਮਸਕਾਰ ਹੈ। ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂ ਦੇ ਵਿੱਚ ਉਹ ਇੱਕੋ ਹੀ ਵੇਸ ਧਾਰਨ ਕਰਕੇ ਰਹਿੰਦਾ। ਜਿਵੇਂ ਹਜ਼ੂਰ ਨੇ ਸੋਹਲੇ ਬਾਣੀ ਵਿੱਚ ਫਰਮਾਇਆ ਹੈ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਸੂਰਜ ਇੱਕ ਹੀ ਹੈ ਤੇ ਰੁੱਤਾਂ ਬਦਲਦੀਆਂ ਨੇ। ਇਸੇ ਤਰ੍ਹਾਂ ਵਾਹਿਗੁਰੂ ਇੱਕ ਹੈ, ਯੁੱਗ ਬਦਲਦੇ ਨੇ, ਅਵਤਾਰ ਬਦਲਦੇ ਨੇ, ਦੁਨੀਆ ਦਾ ਨਕਸ਼ਾ ਬਦਲ ਜਾਂਦਾ ਹੈ, ਧਰਮ ਬਦਲ ਜਾਂਦੇ ਨੇ, ਪਰ ਵਾਹਿਗੁਰੂ ਇੱਕ ਹੀ ਰਹਿੰਦਾ ਹੈ। ਅਸੀਂ ਤੇ ਭਾਈ ਉਸੇ ਨੂੰ ਹੀ ਨਮਸਕਾਰ ਕਰਦੇ ਹਾਂ। ਇਹ ਐਸੀ ਪਾਵਨ ਪਵਿੱਤਰ ਸਿੱਖਿਆ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ।
ਆਪਾਂ ਇਸ ਪਵਿੱਤਰ ਬਾਣੀ ਦੀ ਸਿੱਖਿਆ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ ਹੈ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।